ਦੋਸਤੋ ਤੁਹਾਡਾ ਫਿਰ ਸਵਾਗਤ ਹੈ ਮੇਰੀ YouTube ਚੈਨਲ ਸਾਂਝਾ ਪੈਸਟੋ ਸਾਇੰਸ ਤੇ। ਮੇਰਾ ਨਾਮ ਡਾਕਟਰ ਐਸ ਚਹਿਲ। ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨੀ ਹੈ। ਇਹ ਵਿਸ਼ਾ ਹੈ ਲੈਂਡਡ ਪ੍ਰੋਪਰਟੀ ਯੋਗਾ। ਕਿਹਦਾ ਲੈਂਡਡ ਪ੍ਰੋਪਰਟੀ, ਜਿਹਦੇ ਕੋਲ ਪ੍ਰੋਪਰਟੀ ਦਾ ਮਾਲਕ ਹੋਊਗਾ ਉਹਦਾ ਕਿਹੜੇ ਨੰਬਰ ਉਹਦੇ ਕੋਲ ਹੋਣਗੇ ਤੇ ਉਹ ਪ੍ਰੋਪਰਟੀ ਦਾ ਮਾਲਕ ਰਹੂਗਾ। ਅਗਰ ਇਹ ਮਾਲਕ ਨਹੀਂ ਰਹਿੰਦਾ ਤੇ ਉਹਨਾਂ ਨੰਬਰਾਂ ਕਰਕੇ ਹੋ ਸਕਦਾ ਉਹ ਪ੍ਰੋਪਰਟੀ ਆਪਣੀ ਗਵਾ ਬੈਠੇ। ਉਹ ਨੰਬਰਾਂ ਦੀ ਆਪਾਂ ਗੱਲ ਕਰਾਂਗੇ, ਪਰ ਇਸ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਪਹਿਲਾਂ ਆਪਾਂ ਲੋਸ਼ੋ ਗ੍ਰਿਡ ਕਿਵੇਂ ਬਣਦਾ, ਉਹਦੇ ਕਿਹੜੇ ਉਹਦੇ ਪੱਖ ਆ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਲੋਸ਼ੋ ਗ੍ਰਿਡ ਇੱਕ ਚਾਈਨੀਜ਼ ਨੰਬਰੋਲੋਜੀ ਹੈ ਜਿਹਦੇ 'ਚੋਂ ਆਪਾਂ ਬਹੁਤ ਕੁਛ ਜਿਹੜੀ ਪ੍ਰੈਡਿਕਸ਼ਨ ਕਰ ਸਕਦੇ ਹਾਂ। ਨੰਬਰਾਂ ਦੇ ਬੇਸਡ ਆ, 1 ਤੋਂ ਲੈ ਕੇ 9 ਨੰਬਰ ਤੱਕ ਆਪਾਂ ਜਿਵੇਂ ਟੋਟਲ ਹੈ ਉਹਦੇ ਬੇਸ 'ਤੇ ਇਹਦੇ ਤੋਂ ਆਪਾਂ ਬਹੁਤ ਕੁਛ ਜਿਹੜਾ ਪ੍ਰੈਡਿਕਟ ਕਰ ਸਕਦੇ ਹਾਂ। ਅੱਜ ਦੀ ਅਗਰ ਤੁਸੀਂ ਵੀਡੀਓ ਨੂੰ ਦੇਖੋਗੇ ਧਿਆਨ ਨਾਲ, ਤਾਂ ਆਪਾਂ ਬਹੁਤ ਸਾਰੀਆਂ ਗੱਲਾਂ ਇਹ 'ਚੋਂ ਤੁਹਾਡੇ ਨਾਲ ਸ਼ੇਅਰ ਕਰਨੀਆਂ। ਦੋਸਤੋ ਇਹ ਹੈ ਲੋਸ਼ੋ ਗ੍ਰਿਡ। ਜੇ ਤੁਸੀਂ ਧਿਆਨ ਨਾਲ ਦੇਖੋ, ਇਹ 3x3 ਦਾ ਬਾਕਸ ਹੁੰਦਾ। ਇਹਦੇ 'ਚ ਆਪਾਂ ਪਹਿਲੀ ਰੋਅ 'ਚ 4 9 2, ਦੂਸਰੀ ਰੋਅ ਵਿੱਚ 3 5 7, ਤੀਸਰੀ ਰੋਅ ਵਿੱਚ ਆਪਾਂ 8 1 ਤੇ 6 ਇਹ 'ਚ ਆਪਾਂ ਲਿਖਦੇ ਹਾਂ। 4 ਨੰਬਰ ਰਾਹੂ ਦਾ, ਇਹ ਵੁੱਡ ਐਲੀਮੈਂਟ ਆ। ਇਹ ਦਿੰਦਾ ਆਪਾਂ ਨੂੰ ਵੈਲਥ, ਪ੍ਰੋਸਪੈਰਿਟੀ ਐਂਡ ਜਿਹੜਾ ਤੁਹਾਡਾ ਸੈਲਫ ਵਰਥ ਕ੍ਰੀਏਟ ਕਰਦੇ ਉਹ ਹੁੰਦਾ। 9 ਨੰਬਰ ਦੀ ਗੱਲ ਕਰੀਏ, ਮਾਰਸ ਆ, ਇਹਨੂੰ ਕਮਾਂਡਰ ਵੀ ਗਿਣਦੇ ਆ। ਰੈਪੂਟੇਸ਼ਨ, ਸੋਸ਼ਲ ਲਾਈਫ ਅਤੇ ਫੇਮ ਇੱਥੋਂ ਆਉਂਦੀ ਹੈ। 2 ਨੰਬਰ ਹੈਗਾ ਦੋਸਤੋ ਮੂਨ ਦਾ, ਇਹ ਕੁਈਨ ਦਾ ਨੰਬਰ ਆ। ਇਹ 'ਚ ਤੁਹਾਨੂੰ ਮੈਰਿਜ, ਪਾਰਟਨਰਸ਼ਿਪ ਅਤੇ ਰਿਲੇਸ਼ਨਸ਼ਿਪਸ ਆਉਂਦੇ ਆ। 3 ਨੰਬਰ ਦੇਖੀਏ ਜੂਪੀਟਰ ਦਾ ਹੈ, ਗੁਰੂ ਦਾ ਹੈ। ਇੱਥੋਂ ਆਉਂਦੀ ਆ ਹੈਲਥ, ਫੈਮਲੀ ਅਤੇ ਕ੍ਰੀਏਟਿਵਿਟੀ ਕਹਿ ਸਕਦੇ ਹਾਂ ਆਪਾਂ। 5 ਨੰਬਰ ਹੈ ਮਰਕਰੀ ਦਾ, ਸਨ ਦਾ, ਸਟਰੈਂਥ ਐਂਡ ਸਟੇਬਿਲਿਟੀ ਇਹ ਦਿੰਦਾ ਸਾਨੂੰ। ਜੇ 7 ਨੰਬਰ ਸਾਡੇ ਕੋਲ ਹੈਗਾ ਕੇਤੂ ਆ, ਇਹ ਮੈਟਲ ਐਲੀਮੈਂਟ ਆ। ਇੱਥੋਂ ਚਿਲਡਰਨ ਅਤੇ ਕ੍ਰੀਏਟਿਵਿਟੀ ਆਉਂਦੀ ਹੈ। 8 ਨੰਬਰ ਦੀ ਗੱਲ ਕਰੀਏ ਤਾਂ ਸੈਟਰਨ ਦਾ, ਅਰਥ ਐਲੀਮੈਂਟ ਹੈ। ਇੱਥੋਂ ਸਾਡੀ ਐਜੂਕੇਸ਼ਨ, ਨੌਲੇਜ ਅਤੇ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਪਤਾ ਲੱਗਦਾ। ਉਸ ਤੋਂ ਅੱਗੇ ਦੋਸਤੋ ਗੱਲ ਕਰੀਏ ਆਪਾਂ ਇੱਕ ਦੀ, ਸਨ ਜਿਹਨੂੰ ਕਿੰਗ ਜਾਂ ਵਾਟਰ ਐਲੀਮੈਂਟ ਨੂੰ ਰਿਪਰੈਜ਼ੈਂਟ ਕਰਦਾ, ਕੈਰੀਅਰ ਅਤੇ ਇਹ 'ਚੋਂ ਆਪਾਂ ਨੂੰ ਸਕਸੈਸ ਦਾ ਪਤਾ ਲੱਗਦਾ। 6 ਨੰਬਰ ਹੈ ਦੋਸਤੋ ਵੀਨਸ ਦਾ, ਮੈਟਲ ਐਲੀਮੈਂਟ ਆ। ਇੱਥੋਂ ਸਾਨੂੰ ਟਰੈਵਲ, ਸਪਿਰਿਚੁਅਲ ਲਾਈਫ ਅਤੇ ਸਾਡੇ ਫਰੈਂਡਸ ਵਗੈਰਾ ਦਾ ਪਤਾ ਲੱਗਦਾ ਹੈ। ਦੋਸਤੋ ਇਹਦੇ ਤੋਂ ਬਾਅਦ ਇੱਕ ਜਿਹੜੇ 2 ਲਾਈਨਾਂ ਹੋਰ ਬਣਦੀਆਂ, 258 ਅਤੇ 456। 258 ਜਿਹੜਾ ਅਰਥ ਐਲੀਮੈਂਟ ਆ, 465 ਜਿਹੜੇ ਨੂੰ ਸਕਸੈਸ ਗੋਲਡਨ ਲਾਈਨ ਵੀ ਕਹਿੰਦੇ ਆ। ਜਿਹਦੇ ਕੋਲ 456 ਆ ਜੇ ਉਹ IAS ਅਫਸਰ ਬਣ ਸਕਦਾ ਅਗਰ ਮਿਹਨਤ ਕਰੇ ਤਾਂ। 258 ਜਿਹਦੇ ਕੋਲ ਆ ਜਾਂਦਾ ਉਹ ਦੋਸਤੋ ਲੈਂਡਡ ਪ੍ਰੋਪਰਟੀ ਦਾ ਮਾਲਕ ਹੋਊਗਾ। ਵੱਡੀਆਂ ਉਹਦੇ ਕੋਲ ਉਹਦਾ ਲੈਂਡਡ ਉਹਦੇ ਕੋਲ ਜ਼ਮੀਨ ਹੋਵੇ, ਵਾਹੀਯੋਗ ਜ਼ਮੀਨ ਹੋਵੇ ਜਾਂ ਵੱਡੀਆਂ ਕੋਠੀਆਂ ਦਾ ਮਾਲਕ ਹੋਊਗਾ। ਅਗਰ 258 ਚੋਂ ਇੱਕ ਵੀ ਜੇ ਡਿਜਿਟ ਜਾਂ ਨੰਬਰ ਨਹੀਂ ਹੈ ਤਾਂ ਦੋਸਤੋ ਹੋ ਸਕਦਾ ਜਿਹੜਾ ਇਨਸਾਨ ਹੈ ਉਹਦੇ ਕੋਲ ਲੈਂਡਡ ਪ੍ਰੋਪਰਟੀ ਨਾ ਹੋਵੇ ਅਤੇ ਉਹ ਹਮੇਸ਼ਾ ਹੀ ਲੈਂਟਰ ਦੇ ਉੱਤੇ ਰਹੂਗਾ, ਫਸਟ ਫਲੋਰ 'ਤੇ ਰਹੂਗਾ ਜਾਂ ਉਦੋਂ ਉੱਪਰ ਰਹੂਗਾ, ਗਰਾਊਂਡ ਫਲੋਰ 'ਤੇ ਨਹੀਂ ਰਹਿ ਸਕਦਾ। ਦੋਸਤੋ ਇਹਦੇ ਨਾਲ ਹੀ ਆਪਾਂ ਜਿਹੜੀ ਪ੍ਰੋਪਰ ਜਿਹੜੀ ਮੇਨ ਸਾਡਾ ਮੁੱਦਾ ਹੈ ਉਹ ਹੈ 258 ਦੀ ਗੱਲ ਕਰਨੀ ਆ। ਇਹ ਅਰਥ ਐਲੀਮੈਂਟ ਆ। 8 ਨੰਬਰ ਸ਼ਨੀ ਦਾ ਹੈ, 5 ਨੰਬਰ ਮਰਕਰੀ ਦਾ, 2 ਨੰਬਰ ਮੂਨ ਦਾ ਹੈ। ਇਹਨਾਂ ਨੂੰ ਇਹ ਜਿਹੜੇ ਆ 258 ਅਰਥ ਐਲੀਮੈਂਟ ਇਹਨੂੰ ਗਿਣਿਆ ਜਾਂਦਾ। ਜਿਹਦੇ ਕੋਲ ਇਹ ਨੰਬਰ ਨਾ ਹੋਣ, ਇਹ ਨਹੀਂ ਜ਼ਰੂਰੀ ਇਹਦੇ ਕੋਲ ਪ੍ਰੋਪਰਟੀ ਨਾ ਹੋਵੇ, ਇਹਦੇ ਕੋਲ ਪ੍ਰੋਪਰਟੀ ਹੋ ਸਕਦੀ ਹੈ, ਪਰ ਉਹਦਾ ਕਰਨਾ ਕੀ ਆ। ਅਗਰ ਪ੍ਰੋਪਰਟੀ ਤੁਸੀਂ ਲੋਨ ਲੈ ਕੇ ਜਾਂ ਕਮਾਈ ਕਰਕੇ ਤੁਸੀਂ ਪ੍ਰੋਪਰਟੀ ਆਪਣੀ ਕ੍ਰੀਏਟ ਕਰ ਲਈ ਆ, ਉਸ ਪ੍ਰੋਪਰਟੀ ਨੂੰ ਲਾਈਫ ਵਿੱਚ ਕਦੇ ਵੀ ਮੌਰਟਗੇਜ ਨਹੀਂ ਕਰਨਾ। ਅਗਰ ਮੌਰਟਗੇਜ ਕਰੋਗੇ ਤਾਂ ਪ੍ਰੋਪਰਟੀ ਤੁਹਾਡੀ ਜਾਂਦੀ ਰਹੂਗੀ। ਦੋਸਤੋ ਹੁਣ ਮੈਂ 2 ਐਗਜ਼ਾਮਪਲਾਂ ਲੈਣੀਆਂ। ਇਹ ਪਹਿਲੀ ਐਗਜ਼ਾਮਪਲ ਆ, ਜਿਹੜਾ ਮੇਰਾ ਇੱਕ ਕਲਾਇੰਟ ਸੀ ਜਿਹਦਾ ਡੇਟ ਆਫ ਬਰਥ ਸੀ 13/10/1967। ਇਹਦਾ ਜੇ ਆਪਾਂ ਨਮੈਰੋਸਕੋਪ ਦੇਖੀਏ 4 ਵੀ ਹੈ, 9 ਵੀ ਹੈ, 3 ਵੀ ਹੈ, 1 ਵੀ ਹੈ, 7 ਵੀ ਹੈ, 6 ਵੀ ਹੈ। ਇਹਦੇ ਕੋਲ ਮਿਸਿੰਗ ਕੀ ਆ? 258। ਦੋਸਤੋ ਇਹਨੇ ਬਹੁਤ ਸਾਰੀ ਪ੍ਰੋਪਰਟੀ ਕ੍ਰੀਏਟ ਕੀਤੀ, ਕੋਠੀਆਂ ਬਣਾਈਆਂ, ਜ਼ਮੀਨ ਖਰੀਦੀ। ਅਲਟੀਮੇਟਲੀ ਹੋਇਆ ਕਿ ਜ਼ਮੀਨ ਨੂੰ ਹੋਰ ਲਾਲਚ ਵਿੱਚ ਵਾਧਾ ਇੱਕ ਪ੍ਰੋਪਰਟੀ 'ਤੇ ਲੋਨ ਲਿਆ, ਫਿਰ ਦੂਜੀ ਪ੍ਰੋਪਰਟੀ ਖਰੀਦ ਲਈ, ਦੂਜੀ ਪ੍ਰੋਪਰਟੀ 'ਤੇ ਲੋਨ ਲਿਆ, ਤੀਜੀ ਪ੍ਰੋਪਰਟੀ ਖਰੀਦ ਲਈ। ਇਸ ਤਰ੍ਹਾਂ ਇਹ ਪ੍ਰੋਪਰਟੀ ਬਣਾਉਂਦਾ ਗਿਆ। ਦੋਸਤੋ ਅਗਰ 258 ਤੁਹਾਡੇ ਕੋਲ ਨਹੀਂ ਹੈ, ਤੁਸੀਂ ਲੋਨ ਲੈ ਕੇ ਪ੍ਰੋਪਰਟੀ ਬਣਾ ਸਕਦੇ ਜੇ,
ਪਰ ਕਦੀ ਵੀ ਲੈਂਡਡ ਪ੍ਰੋਪਰਟੀ ਨੂੰ ਤੁਸੀਂ ਮੌਰਗੇਜ ਨਹੀਂ ਕਰਨਾ। ਅਗਰ ਮੌਰਗੇਜ ਕਰਤਾ ਤਾਂ ਉਹ ਪ੍ਰੋਪਰਟੀ ਤੁਹਾਡੀ ਹਮੇਸ਼ਾ ਵਾਸਤੇ ਜਾਂਦੀ ਰਹੂ। ਇਹ ਇਨਸਾਨ ਜਿਹੜਾ ਹੁਣ ਇਹ ਮੇਰਾ ਕਲਾਇੰਟ ਸੀ, ਆਇਆ ਸੀ ਅਤੇ ਇਹਦੇ ਕੋਲ ਪ੍ਰੋਬਲਮ ਦੱਸੀ, ਮੇਰੇ ਕੋਲ ਸਾਰਾ ਕੁਛ ਹੀ ਆ ਹੋਇਆ। ਗਲਤੀ ਕੀ ਕੀਤੀ ਇਹਨੇ, ਜਿਹੜੀ ਪ੍ਰੋਪਰਟੀ ਸੀ ਆਪਣੀ ਲੈਂਡਡ ਪ੍ਰੋਪਰਟੀ ਸੀ ਜਾਂ ਕੰਸਟਰਕਟਡ ਪ੍ਰੋਪਰਟੀ ਸੀ, ਉਹ ਸਾਰੀ ਇਹਨੇ ਬੈਂਕਾਂ ਨੂੰ ਮੌਰਗੇਜ ਕਰਤੀ, ਕਿਸ਼ਤ ਮੁੜੀ ਨਹੀਂ ਅਤੇ ਇਹਦਾ ਜਿਹੜਾ ਸੀ ਸਾਰਾ ਕੁਝ ਜਿਹੜਾ ਉਹ ਬੈਂਕ ਵਾਲਿਆਂ ਨੇ ਨਿਲਾਮ ਕਰਨ 'ਤੇ ਸਟੇਜ 'ਤੇ ਪਹੁੰਚ ਗਿਆ। ਸੋ ਦੋਸਤੋ, ਜਿਹੜਾ ਇੰਪੋਰਟੈਂਟ ਇੱਥੋਂ ਮੈਸੇਜ ਮੈਂ ਦੇਣਾ ਚਾਹੁੰਦਾ ਵੀ ਅਗਰ ਤੁਹਾਡੇ ਕੋਲ 258 ਤੁਹਾਡੀ ਡੇਟ ਆਫ ਬਰਥ ਵਿੱਚ ਨਹੀਂ ਹੈ, ਮਿਸਿੰਗ ਹੈ, ਅਤੇ ਤੁਸੀਂ ਕਦੀ ਵੀ ਆਪਣੀ ਲੈਂਡਡ ਪ੍ਰੋਪਰਟੀ ਨੂੰ ਮੌਰਗੇਜ ਨਹੀਂ ਕਰਨਾ। ਕਿਤੇ ਬੈਂਕ ਕੋਲ ਰਾਖਵੀਂ ਨਹੀਂ ਰੱਖਣੀ। ਜੇ ਤੁਸੀਂ ਬੈਂਕ ਕੋਲ ਮੌਰਗੇਜ ਜਾਂ ਕਿਤੇ ਹੋਰ ਰੱਖਤੀ ਤਾਂ 100% ਸ਼ੋਰ ਹੈ ਕਿ ਤੁਹਾਡੀ ਜਿਹੜੀ ਪ੍ਰੋਪਰਟੀ ਆ ਉਹਨਾਂ ਨੇ ਹਥਿਆ ਲੈਣੀ ਆ ਅਤੇ ਤੁਸੀਂ ਜਿਹੜੀ ਪ੍ਰੋਪਰਟੀ ਤੁਹਾਡੀ ਇਹ ਡਿਸਪਿਊਟ 'ਚ ਆ ਜਾਊਗੀ। ਦੋਸਤੋ, ਅੱਜ ਦਾ ਮੇਨ ਮੁੱਦਾ ਇਹ ਕਿ ਅਗਰ ਤੁਹਾਡੇ ਕੋਲ ਡੇਟ ਆਫ ਬਰਥ 258 ਨਹੀਂ ਆਉਂਦਾ, ਤੁਸੀਂ ਕਦੀ ਵੀ ਪ੍ਰੋਪਰਟੀ ਜਿਹੜੀ ਮੌਰਗੇਜ ਨਹੀਂ ਕਰਨੀ। ਇਹ ਹੈ ਮੇਨ ਮੁੱਦਾ, ਕਿਉਂਕਿ 258 ਇਹਦੇ ਕੋਲ ਮਿਸਿੰਗ ਹੈ। ਤਿੰਨੇ ਅਰਥਮ ਐਲੀਮੈਂਟ ਹੈ। ਅਰਥ ਐਲੀਮੈਂਟ ਮਿਸ ਹੋਣ ਕਰਕੇ ਉਹਦਾ ਜਿਹੜਾ ਸਾਰਾ ਕੁਛ ਜਾਂਦਾ ਰਹਿ ਗਿਆ। ਦੋਸਤੋ, ਅੱਗੇ ਆਪਾਂ ਗੱਲ ਕਰਾਂਗੇ ਇੱਕ ਹੋਰ ਐਗਜ਼ਾਮਪਲ ਲੈ ਕੇ। ਉਹਦੀ ਡੇਟ ਆਫ ਬਰਥ 23/11/1986। ਜੇ ਦੋਸਤੋ ਇਹ 'ਚ ਦੇਖਿਆ ਜਾਵੇ ਤਾਂ ਇਸ ਕੋਲ ਸਿਰਫ ਇੱਕ ਜਿਹੜਾ ਡਿਜਿਟ ਆ, ਇੱਕ ਨੰਬਰ ਮਿਸਿੰਗ ਹੈ 7। ਇਹ ਵੀ ਮੇਰਾ ਕਲਾਇੰਟ ਹੈ। ਇਹਦੇ ਕੋਲ ਵੱਡੀ ਕੋਠੀ ਦਾ ਮਾਲਕ ਆ, ਬਹੁਤ ਵੱਡੀ ਕੋਠੀ ਆ, ਨਾਲ ਇਹਦੇ ਕੋਲ ਲੈਂਡਡ ਪ੍ਰੋਪਰਟੀ ਵੀ ਹੈ, ਅਤੇ ਕੋਠੀ ਵੀ ਹੈ। ਰੀਜ਼ਨ ਕੀ ਹੈ? 258। ਇਹ ਬਹੁਤ ਹੀ ਨੋਰਮਲ ਜਿਹਾ ਬੰਦਾ, ਪਰ ਫਿਰ ਵੀ ਇਹਦੇ ਕੋਲ ਜਿਹੜੀ ਲੈਂਡਡ ਪ੍ਰੋਪਰਟੀ ਦਾ ਮਾਲਕ ਆ, ਅਗਰ ਇਹ ਚਾਹਵੇ ਤਾਂ ਹੋਰ ਵੀ ਪ੍ਰੋਪਰਟੀ ਖਰੀਦ ਕੇ ਉਹਦੇ ਤੋਂ ਲੋਨ ਲੈ ਕੇ ਹੋਰ ਵੀ ਪ੍ਰੋਪਰਟੀ ਬਣਾ ਸਕਦਾ। ਸੋ ਅਗਰ ਦੋਸਤੋ ਤੁਹਾਡਾ 258 ਮਿਸਿੰਗ ਆ ਅਤੇ ਕਦੀ ਵੀ ਲਾਈਫ ਦੇ ਵਿੱਚ ਤੁਸੀਂ ਆਪਣੀ ਲੈਂਡਡ ਪ੍ਰੋਪਰਟੀ ਨੂੰ ਮੌਰਗੇਜ ਨਹੀਂ ਕਰਨਾ। ਅਗਰ ਮੌਰਗੇਜ ਕਰੋਗੇ ਤਾਂ ਉਹ ਪ੍ਰੋਪਰਟੀ ਤੁਹਾਡੀ ਜਿਹੜੀ ਆ ਬੈਂਕ ਨੇ ਜਾਂ ਜਿਹੜਾ ਵੀ ਪ੍ਰਾਈਵੇਟ ਇੰਸਟੀਟਿਊਸ਼ਨ ਆ ਉਹਨੇ ਤੁਹਾਡੀ ਉੱਤੇ ਕਬਜ਼ਾ ਕਰ ਲੈਣਾ, ਕਿਉਂਕਿ ਤੁਹਾਡੇ ਕੋਲ ਕਿਸ਼ਤ ਮੁੜਨੀ ਨਹੀਂ ਹੈ। ਕਿਉਂਕਿ ਇੱਕ ਪ੍ਰੋਪਰਟੀ ਲੋਨ ਦੂਜੀ ਪ੍ਰੋਪਰਟੀ ਲੋਨ ਲੈ ਕੇ ਤੁਸੀਂ ਕਰੋਗੇ ਤਾਂ ਸਾਰਾ ਜਿਹੜਾ ਕੰਮ ਤੁਹਾਡਾ ਗੜਬੜ ਹੋ ਜਾਊਗਾ। ਸੋ ਦੋਸਤੋ, ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਤੁਸੀਂ ਅਗਰ ਤੁਹਾਡੀ ਡੇਟ ਆਫ ਬਰਥ ਵਿੱਚ 258 ਨਹੀਂ ਆਉਂਦਾ ਤਾਂ ਤੁਸੀਂ ਪ੍ਰੋਪਰਟੀ ਬਣਾ ਸਕਦੇ ਜੇ, ਮਿਹਨਤ ਕਰਕੇ ਕਮਾਈ ਕਰਕੇ ਬਣਾ ਸਕਦੇ ਜੇ, ਪਰ ਉਹਦੇ 'ਤੇ ਕਦੀ ਵੀ ਤੁਸੀਂ ਉਹਨੂੰ ਲੋਨ ਨਹੀਂ ਲੈਣਾ। ਬੈਂਕ ਕੋ ਉਹ ਜਿਹੜੀ ਆ ਉਹਨੂੰ ਬੈਂਕ ਕੋ ਨਹੀਂ ਰੱਖਣਾ ਐਜ਼ ਏ ਗਰੰਟੀ। ਜੇ ਉਹ 'ਤੇ ਰੱਖਤਾ ਤਾਂ ਤੁਹਾਡੀ ਲੈਂਡਡ ਪ੍ਰੋਪਰਟੀ ਜਿਹੜੀ ਆ ਉਹ ਹੋ ਸਕਦਾ ਤੁਹਾਡੀ ਜਾਂਦੀ ਰਹੇ। ਸੋ ਦੋਸਤੋ, ਮੇਰਾ ਇੰਨਾ ਹੀ ਹੈ ਕਿ ਅਗਰ ਤੁਸੀਂ ਇਸ ਵੀਡੀਓ ਤੋਂ ਫਾਇਦਾ ਉਠਾਓਗੇ, ਅਗਰ ਤੁਹਾਡੀ ਡੇਟ ਆਫ ਬਰਥ ਵਿੱਚ 2, 5, 8 ਨਹੀਂ ਹੈ, ਕਦੀ ਵੀ ਤੁਸੀਂ ਆਪਣੀ ਪ੍ਰੋਪਰਟੀ ਮੌਰਗੇਜ ਨਹੀਂ ਕਰਨੀ। ਅਗਰ ਕਰੋਗੇ ਤਾਂ ਪ੍ਰੋਪਰਟੀ ਤੁਹਾਡੀ ਜਾਂਦੀ ਰਹੇ। ਪਹਿਲੀ ਆਪਾਂ ਡੇਟ ਆਫ ਬਰਥ ਦੇਖੀ ਸੀ, ਜਿਸ 'ਚ ਦੇਖਿਆ ਉਹਨਾਂ ਕੋਲ 258 ਨਹੀਂ ਸੀ, ਬਾਕੀ ਸਾਰੇ ਨੰਬਰ ਹੈਗੇ ਸੀ। ਉਹਦੇ ਕੋਲ ਪੈਸਾ ਵੀ ਹੈਗਾ, ਸਾਰਾ ਕੁਛ ਹੈਗਾ, ਰੁਤਬਾ ਵੀ ਹੋਇਆ, ਪਰ ਜਿਹੜੀ ਪ੍ਰੋਪਰਟੀ ਆ ਉਹ ਜਾਂਦੀ ਰਹੀ। ਹੋ ਸਕਦਾ ਉਹ ਬੰਦੇ ਨੂੰ ਲੌਂਗ ਰਨ ਵਿੱਚ ਉਹਨੂੰ ਹੋ ਸਕਦਾ ਆਪਣੀ ਉਹ ਤੋਂ ਵਿਕਟ ਕਰਕੇ ਬੈਂਕ ਉੱਤੇ ਕਬਜ਼ਾ ਕਰ ਲੇ। ਸੋ ਦੋਸਤੋ, ਮੇਰਾ ਜਿਹੜੀ ਵੀਡੀਓ ਬਣਾਉਣ ਦਾ ਉਹਦਾ ਤੁਸੀਂ ਇਹ ਤੋਂ ਫਾਇਦਾ ਉਠਾ ਸਕੋ। ਅਤੇ ਇਹ ਜਿਹੜੀ ਅਗਰ ਤੁਹਾਡੀ ਡੇਟ ਆਫ ਬਰਥ 258 ਨਹੀਂ ਹੈ, ਤੁਸੀਂ ਕਦੀ ਵੀ ਛੱਤ ਦੇ ਮਤਲਬ ਗਰਾਊਂਡ ਫਲੋਰ 'ਤੇ ਨਹੀਂ, ਹਮੇਸ਼ਾ ਛੱਤ ਦੇ ਉੱਤੇ ਰਹੋਗੇ। ਹਾਂ, ਅਗਰ ਤੁਹਾਡੇ ਪਾਰਟਨਰ, ਤੁਹਾਡੀ ਵਾਈਫ ਹੈ ਜਾਂ ਕੋਈ ਬੱਚੇ ਦੇ ਇਹ ਆਉਂਦਾ ਤਾਂ ਹੋ ਸਕਦਾ ਤੁਸੀਂ ਗਰਾਊਂਡ ਫਲੋਰ 'ਤੇ ਰਹਿੰਦੇ ਹੋਗੇ। ਦੋਸਤੋ, ਹੋ ਸਕਦਾ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋ। ਜੇ ਪਸੰਦ ਆਈ ਤਾਂ ਮੇਰੀ YouTube ਚੈਨਲ ਸਾਂਝਾ ਪੈਸਟ ਆਫ ਸਾਇੰਸ ਨੂੰ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਹਿੱਟ ਕਰਿਓ ਤਾਂ ਕਿ ਜਦੋਂ ਵੀ ਵੀਡੀਓ ਪਾਵਾਂ ਤਾਂ ਤੁਹਾਨੂੰ ਉਹ ਵੀਡੀਓ ਤੋਂ ਸਾਨੂੰ ਸਿੱਧੀ ਮਿਲ ਸਕੇ। ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ। ਫਿਰ ਆ ਜਾਓ ਕਿਸੇ ਨਵੇਂ ਟੌਪਿਕ ਦੇ, ਤਦ ਤੱਕ ਲਈ ਟੇਕ ਕੇਅਰ। ਥੈਂਕ ਯੂ ਵੈਰੀ ਮੱਚ।